कबीर जग काजल की कोठरी, अंध परे तिस माहे। हाँ बलिहारी तिन को, पैस जो नीकस जाहे। कबीर ए तन जाएगा, सको ता लिहो बहोर। नांगे पाँवों ते गए, जिनके लाख करोड़। कबीर ए तन जाएगा, कवण मार्ग लाए। कै संगत कर साध की, कै हर के गुण गाए। कबीर मरता मरता जग मुआ, मर भी ना जानिया कोई। ऐसे मरने जो मरै, बहुर ना मरना हुए। कबीर मानस जन्म दुलंभ है, होए ना बारे बार। ज्यों बन फल पाके भोए गिरे, बहुर न लागे डार। कबीर मानस जन्म दुलंभ है, होए न बारे बार। ज्यों बन फल पाके भोए गिरे, बहुर न लागे डार। गुरु रूप गुरु प्यारी साध संगत जीओ, दशमेश पातशाह धन धन सतगुरु श्री गुरु ग्रंथ साहिब जी मालक जी दे पावन चरनां दा आओ जी सत्कार नाल निगाह ध्यान धरीए अते श्रोमणी भगत बाबा कबीर साहिब दी रसना तो उच्चारण कीते हुए उन्हां दे पावन सलोकां नाल असीं अपना चित्त जोड़न दा यतन करिए जी। सब तो पहला गुरु फतेह सांझी करो। वाहिगुरु जी का खालसा, वाहिगुरु जी की फतेह। बाबा कबीर साहिब दे सलोकां दी विचार करदिआं होइआं अज असीं 6वां पाठ बनाउण लगे हां, जो कि 26 नंबर सलोक तो लैके 30 नंबर सलोक तक है। ਜਿਹੜੇ 5 ਸਲੋਕਾਂ ਦੀ ਅੱਜ ਅਸੀਂ ਵਿਚਾਰ ਕਰਨੀ ਹੈ, ਸਮਝ ਲਓ ਵੀ ਉਹਨਾਂ ਸਲੋਕਾਂ ਦੇ ਵਿੱਚ ਨਿਰਾ ਮੱਖਣ ਹੀ ਮੱਖਣ ਹੈ। ਕਬੀਰ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਸੰਸਾਰ ਤੋਂ, ਲੈ ਕੇ ਜਾਣਗੇ ਨਿਰੰਕਾਰੀ ਸੋਚ ਤੱਕ। ਕਹਿੰਦੇ ਦੁਨੀਆ ਜਿਹੜੀ ਹੈ ਇਹ ਵੇਖਿਆ ਜਾਏ ਤਾਂ ਇਹਦੇ ਤੋਂ ਬਚਣਾ ਕੋਈ ਸੌਖਾ ਨਹੀਂ ਹੈ, ਪਰ ਜਿਹੜੇ ਬਚ ਜਾਂਦੇ ਨੇ ਉਹਨਾਂ ਵਰਗਾ ਕੋਈ ਹੋਰ ਹੁੰਦਾ ਹੀ ਨਹੀਂ, ਉਹ ਵੀ ਸੂਰਮੇ ਹੀ ਹੈ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਪਟਨਾਥ ਜੋਗੀ ਨੂੰ ਕਿਹਾ ਸੀ, ਉਹਦਾ ਸਵਾਲ ਸੀ ਕਿ ਦੁਨੀਆ ਦੇ ਇਸ ਸਾਗਰ ਤੋਂ ਕਿਵੇਂ ਤਰਿਆ ਜਾਏ, ਤਾਂ ਗੁਰਦੇਵ ਨੇ ਜਵਾਬ ਦਿੱਤਾ, ਆਪਣੀ ਸੁਰਤ ਨੂੰ ਆਪਣੀ ਸੋਚ ਨੂੰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਉੱਚੀ ਰੱਖ ਕੇ ਚੱਲੋ। ਜਦੋਂ ਤੁਹਾਡੀ ਸੋਚ ਬਚ ਗਈ ਤੁਸੀਂ ਬਚ ਜਾਓਗੇ। ਜੇ ਤੁਹਾਡੀ ਸੋਚ ਖਤਮ ਹੋ ਗਈ ਤਾਂ ਤੁਹਾਨੂੰ ਦੁਨੀਆ ਦੀ ਜਿਹੜੀ ਕੋਈ ਵੀ ਤਾਕਤ ਹੈ ਉਹ ਬਚਾ ਨਹੀਂ ਸਕੇਗੀ। ਅੱਜ ਗੌਰਮੈਂਟਾਂ ਕੀ ਕਰ ਰਹੀਆਂ ਨੇ? ਸੋਚ ਖਤਮ ਕਰ ਰਹੀਆਂ ਨੇ। ਕੋਈ ਵੀ ਕੌਮ ਖਤਮ ਕਰਨੀ ਹੈ, ਕਿਸੇ ਵੀ ਇਨਸਾਨ ਨੂੰ ਖਤਮ ਕਰਨਾ ਹੈ, ਪਹਿਲਾਂ ਉਹਦੀ ਸੋਚ ਖਤਮ ਕਰੋ। ਜਦੋਂ ਉਹਦੀ ਸੁਰਤ, ਜਦੋਂ ਉਹਦੀ ਸੋਚ ਖਤਮ ਹੋ ਗਈ ਤਾਂ ਉਹਦੇ ਪੱਲੇ ਕੀ ਰਿਹਾ? ਬਾਕੀ ਉਹਨੂੰ ਖਤਮ ਕਰਨਾ ਕਿਤੇ ਵੱਡਾ ਕੰਮ ਥੋੜ੍ਹੀ ਹੈ। ਸੋ ਗੁਰਦੇਵ ਨੇ ਕਿਹਾ ਸੀ ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ, ਆਪਣੀ ਸਮਝ ਨੂੰ ਉੱਚਾ ਰੱਖੋ, ਉਹਦਾ ਲੈਵਲ ਉੱਚਾ ਰੱਖੋ। ਫਿਰ ਦੁਨੀਆ ਵਿੱਚ ਇੰਨੀ ਸ਼ਕਤੀ ਨਹੀਂ, ਤਾਕਤ ਨਹੀਂ ਤੁਹਾਨੂੰ ਮਾਰ ਸਕੇ। ਕਬੀਰ ਸਾਹਿਬ ਨੇ ਜੋ ਕਿਹਾ ਕਮਾਲ ਹੈ। ਕਹਿੰਦੇ ਦੁਨੀਆ ਜਿਹੜੀ ਹੈ ਉਹ ਇੱਕ ਕੱਜਲ ਦੀ ਕੋਠੜੀ ਹੈ। ਇਹਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਅੰਨੇ ਨੇ, ਖਤਮ ਹੁੰਦੇ ਜਾਂਦੇ ਨੇ। ਅੰਨੀ ਹੈ, ਜਿਨ੍ਹਾਂ ਨੂੰ ਦਿਸ ਨਹੀਂ ਰਿਹਾ ਕੁਛ।
ਬਹੁਤ ਸਾਰੇ ਖਤਮ ਹੋ ਗਏ ਇਹਦੇ ਵਿੱਚ ਪੈ ਕੇ। ਪਰ ਕਬੀਰ ਸਾਹਿਬ ਕਹਿੰਦੇ ਜਿਹੜੇ ਵਿੱਚ ਪੈ ਕੇ ਵੀ ਬਾਹਰ ਨਿਕਲ ਆਏ, ਮੈਂ ਉਹਨਾਂ ਤੋਂ ਬਲਹਾਰ ਜਾਣਾ, ਮੈਂ ਉਹਨਾਂ ਤੋਂ ਸਦਕੇ ਜਾਣਾ। ਪਰ ਇਹ ਦੁਨਿਆਵੀ ਸੋਚ ਜਿਹੜੀ ਹੈ ਇਹ ਤੁਹਾਨੂੰ ਕਿਤੇ ਛੱਡਦੀ ਥੋੜ੍ਹੀ ਹੈ। ਗੱਲ ਬੁਰਾਈ ਦੀ ਹੈ। ਬੁਰਾਈ ਇਨਸਾਨ ਨੂੰ ਖਤਮ ਕਰਨ ਦਾ ਹਰ ਹੀਲਾ ਵਸੀਲਾ ਵਰਤਦੀ। ਬਹੁਤ ਲੋਕ ਹੁੰਦੇ ਨੇ ਜਿਹੜੇ ਖਤਮ ਹੋ ਜਾਂਦੇ ਨੇ, ਬਹੁਤ ਘੱਟ ਹੁੰਦੇ ਨੇ ਜਿਹੜੇ ਬਚਦੇ ਨੇ। ਦੁਨੀਆ ਖਰੀਦ ਲੈਂਦੀ, ਬੁਰਾਈ ਖਰੀਦ ਦਿੰਦੀ ਬਿਲਕੁਲ। ਵਿਕਾਊ ਹੁੰਦੇ ਨੇ ਜਿਹੜੇ, ਉਹ ਬੁਰਾਈ ਦੇ ਹੱਥੋਂ ਵਿਕ ਜਾਂਦੇ ਨੇ। ਜਿਹੜੇ ਸੱਚੇ ਸੁੱਚੇ ਹੁੰਦੇ ਨੇ ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਹੁਣ ਕਬੀਰ ਸਾਹਿਬ ਦਾ ਸਲੋਕ ਸੁਣਿਓ ਤੇ ਕਬੀਰ ਸਾਹਿਬ ਦੇ ਜੀਵਨ ਤੱਕ ਜਾਇਓ। ਕਬੀਰ ਸਾਹਿਬ ਨੇ ਕਿਹਾ, ਕਬੀਰ ਜਗ ਕਾਜਲ ਕੀ ਕੋਠੜੀ। ਆ ਜਿਹੜੀ ਦੁਨੀਆ, ਆ ਜਿਹੜਾ ਸੰਸਾਰ ਹੈ, ਇਹ ਮਾਨੋ ਇੱਕ ਐਸੀ ਕੋਠੜੀ ਹੈ ਜਿਹਦੇ ਵਿੱਚ ਕਾਲਖ ਭਰੀ ਹੋਈ ਹੈ, ਜਿਹਦੇ ਵਿੱਚ ਕਾਲਖ ਹੀ ਕਾਲਖ ਹੈ। ਅੰਧ ਪਰੇ ਤਿਸ ਮਾਹੇ, ਇਹਦੇ ਵਿੱਚ ਜੋ ਡਿੱਗ ਰਹੇ ਨੇ ਉਹ ਅੰਨੇ ਨੇ। ਜਿਹੜੇ ਇਹਦੇ ਵਿੱਚ ਡਿੱਗ ਰਹੇ ਉਹ ਅੰਨੇ ਹੈ। ਉਹਨਾਂ ਦੇ ਕੋਲ ਅੱਖਾਂ ਨਹੀਂ, ਭਾਵ ਉਹਨਾਂ ਦੇ ਕੋਲ ਸਮਝ, ਸੁਰਤ, ਗਿਆਨ ਨਹੀਂ। ਉਹਨਾਂ ਕੋਲ ਚੰਗੀ ਅਕਲ ਨਹੀਂ ਹੈ, ਉਹਨਾਂ ਕੋਲ ਚੰਗੀ ਵੇਖਣ ਵਾਲੀ ਅੱਖ ਨਹੀਂ ਹੈ, ਉਹਨਾਂ ਕੋਲ ਚੰਗੀ ਸੁਰਤ ਨਹੀਂ ਹੈ। ਉਹ ਖਤਮ ਹੁੰਦੇ ਜਾ ਰਹੇ ਨੇ। ਅਗਲੀ ਗੱਲ, ਹਉ ਬਲਿਹਾਰੀ ਤਿਨ ਕਉ, ਮੈਂ ਉਹਨਾਂ ਤੋਂ ਸਦਕੇ ਹਾਂ ਪੈਸ ਜੋ ਜਿਹੜੇ ਵਿੱਚ ਪੈ ਗਏ ਨੇ। ਨੀਕਸ ਜਾਹੇ ਪਰ ਬਚ ਕੇ ਨਿਕਲ ਗਏ ਬਾਹਰ। ਕਬੀਰ ਸਾਹਿਬ ਨੇ ਦੁਨੀਆ ਦੇਖੀ, ਉਹਨਾਂ ਨੇ ਆਪਣੀ ਅੱਖੀਂ ਵੇਖਿਆ ਲੋਕ ਬੁਰੇ ਪਾਸੇ ਨੂੰ ਬਹੁਤ ਛੇਤੀ ਜਾਂਦੇ ਹੈ, ਚੰਗੇ ਪਾਸੇ ਨੂੰ ਬਹੁਤ ਘੱਟ। ਬੁਰਾਈ ਇਨਸਾਨ ਨੂੰ ਖਰੀਦਦੀ ਹੈ, ਬੁਰਾਈ ਇਨਸਾਨ ਨੂੰ ਨਿਚੋੜ ਦਿੰਦੀ ਹੈ, ਬੁਰਾਈ ਇਨਸਾਨ ਦਾ ਜਿਹੜਾ ਉਹ ਕੱਖ ਵੀ ਨਹੀਂ ਛੱਡਦੀ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਮੈਂ ਬਚਿਆ ਰਿਹਾ ਇਹਦੇ ਤੋਂ। ਬੁਰਾਈ ਦਾ ਇੱਕ ਵੱਖਰਾ ਸਵਾਦ ਹੁੰਦਾ ਹੈ, ਚੰਗਿਆਈ ਦਾ ਇੱਕ ਵੱਖਰਾ ਸਵਾਦ ਹੁੰਦਾ ਹੈ। ਪਰ ਚੰਗੇ ਪਾਸੇ ਨੂੰ ਤੁਰਨਾ ਹੋਵੇ ਤਾਂ ਬੜਾ ਜ਼ੋਰ ਲਾਉਣਾ ਪੈਂਦਾ, ਮਾੜੇ ਪਾਸੇ ਨੂੰ ਤੋਰਨਾ ਹੋਵੇ ਤਾਂ ਕੋਈ ਜੋੜ ਲਾਉਣ ਦੀ ਲੋੜ ਹੀ ਨਹੀਂ, ਲੋਕ ਐਵੇਂ ਤੁਰੇ ਜਾਂਦੇ ਨੇ। ਹੁਣ ਕਬੀਰ ਸਾਹਿਬ ਨੇ ਜਿਹੜੀ ਅੱਗੇ ਗੱਲ ਕਹੀ ਉਹ ਵੀ ਬੜੀ ਕਮਾਲ ਦੀ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ। ਹੁਣ ਕਬੀਰ ਸਾਹਿਬ ਨੇ ਕੀ ਕਿਹਾ? ਕਹਿੰਦੇ ਪਿਆਰਿਆ ਇਹ ਗੱਲ ਪੱਕੀ ਸਮਝ ਲਾ, ਆ ਜਿਹੜਾ ਤੇਰਾ ਸਰੀਰ ਹੈ ਇਹ ਸਦਾ ਨਹੀਂ ਰਹਿਣਾ। ਇੱਕ ਨਾ ਇੱਕ ਦਿਨ ਇਹ ਸਰੀਰ ਖਤਮ ਹੋ ਜਾਣਾ। ਜਿੰਨਾ ਮਰਜੀ ਜ਼ੋਰ ਲਾ ਲਾ, ਜਿੰਨਾ ਮਰਜੀ ਤੂੰ ਉਹ ਜਿਹੜਾ ਨਾ ਹੀਲੇ ਵਸੀਲੇ ਵਰਤ ਲਾ, ਇੱਕ ਨਾ ਇੱਕ ਦਿਨ ਇਸ ਸਰੀਰ ਨੇ ਖਤਮ ਹੋ ਜਾਣਾ। ਜਿੰਨੇ ਮਰਜੀ ਮਾੜੇ ਕੰਮ ਕਰੀ ਜਾ, ਜਿੰਨਾ ਮਰਜੀ ਜ਼ੋਰ ਲਾ ਕੇ ਥੱਕ ਜਾ, ਇੱਕ ਨਾ ਇੱਕ ਦਿਨ ਇਸ ਸਰੀਰ ਨੇ ਖਤਮ ਹੋ ਹੀ ਜਾਣਾ ਤੇਰੇ ਨੇ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨਾਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਜਿਹੜੇ ਕਰੋੜਾਂ ਲੱਖਾਂ ਇਕੱਠੇ ਕਰੀ ਫਿਰਦੇ ਸੀ ਉਹ ਵੀ ਨੰਗੇ ਪੈਰੀ ਗਏ, ਭਾਵ ਕਿ ਉਹਨਾਂ ਦੇ ਵੀ ਪੱਲੇ ਕੱਖ ਨਹੀਂ ਰਿਹਾ, ਉਹ ਵੀ ਖਤਮ ਹੋ ਗਏ। ਕਬੀਰ ਸਾਹਿਬ ਨੇ ਕਿਹਾ ਕਿ ਦੇਖ ਪਿਆਰਿਆ, ਜਦੋਂ ਤੈਨੂੰ ਪਤਾ ਹੈ ਇਹ ਸਰੀਰ ਸਦਾ ਨਹੀਂ ਰਹਿਣਾ, ਤਾਂ ਇਸ ਸਰੀਰ ਤੋਂ ਮਾੜੇ ਕੰਮ ਕਿਉਂ ਕਰਾ ਰਿਹਾ? ਇਸ ਸਰੀਰ ਤੋਂ ਬੁਰੇ ਕੰਮ ਕਿਉਂ ਕਰਾ ਰਿਹਾ? ਕਿਉਂ ਨਹੀਂ ਇਸ ਸਰੀਰ ਤੋਂ ਚੰਗੇ ਕੰਮ ਲੈਂਦਾ? ਕਿਉਂ ਨਹੀਂ ਇਸ ਦੇਹ ਤੋਂ ਚੰਗੇ ਕੰਮ ਲੈਂਦਾ? ਮਾੜਿਆਂ ਕੰਮਾਂ ਵੱਲ ਜੁੜ ਕੇ ਤੂੰ ਪਰਮਾਤਮਾ ਵੱਲੋਂ ਦਿੱਤੀ ਹੋਈ ਇਸ ਮਹਾਨ ਸ਼ਕਤੀ ਨੂੰ, ਮਹਾਨ ਤਾਕਤ ਨੂੰ, ਮਹਾਨ ਰਹਿਮਤ ਨੂੰ ਗਰਕ ਕਰਦਾ ਜਾ ਰਿਹਾ। ਕਬੀਰ ਸਾਹਿਬ ਨੇ ਮੌਤ ਦਿਖਾਈ ਹੈ ਪਿਆਰਿਓ। ਮਰਨਾ ਹਰ ਇਨਸਾਨ ਨੇ ਹੈ, ਸਦਾ ਲਈ ਇਸ ਸਰੀਰ ਨੇ ਨਹੀਂ ਰਹਿਣਾ। ਪਰ ਜਿੱਥੋਂ ਤੱਕ ਹੋ ਸਕੇ ਆਪਣੀ ਬਾਡੀ ਨੂੰ ਸਾਂਭ ਕੇ ਰੱਖੋ, ਸਰੀਰ ਨੂੰ ਸਾਂਭ ਕੇ ਰੱਖੋ। ਇਹ ਮਸ਼ੀਨ ਹੈ, ਇਹਦੇ ਪੁਰਜੇ ਕਿਸੇ ਵੀ ਟਾਈਮ ਫੇਲ ਹੋ ਸਕਦੇ ਨੇ, ਪਰ ਜਿੱਥੋਂ ਤੱਕ ਹੋ ਸਕੇ ਇਹਨੂੰ ਸਾਂਭੋ ਤਾਂ ਕਿ ਲੰਮਾ ਟਾਈਮ ਤੁਹਾਡੇ ਨਾਲ ਤੁਰ ਸਕੇ। ਪਰ ਫਿਰ ਵੀ ਇੱਕ ਦਿਨ ਖਤਮ ਹੋਏਗੀ ਇਹ, ਤੇ ਇਸੇ ਹੀ ਜੀਵਨ ਵਿੱਚ, ਇਸੇ ਹੀ ਦੇਹ ਵਿੱਚ ਰਹਿੰਦੇ ਹਾਂ। ਆਪਾਂ ਕੁਝ ਚੰਗਾ ਕੰਮ ਕਰਕੇ ਜਾਈਏ, ਕੁਝ ਦੁਨੀਆ ਲਈ, ਕੁਝ ਪਰਿਵਾਰ ਲਈ, ਕੁਝ ਸੰਸਾਰ ਲਈ ਚੰਗਾ ਕੰਮ ਕਰਕੇ ਜਾਈਏ, ਚੰਗੀ ਖੱਟੀ ਖੱਟ ਕੇ ਜਾਈਏ, ਤਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਦੁਨੀਆ ਦੇ ਲੋਕ ਸਾਨੂੰ ਬੁਰਾ ਨਾ ਕਹਿਣ। ਕੁਝ ਚੰਗਾ ਕਰਕੇ ਜਾਓ ਦੁਨੀਆ ਦੇ ਲਈ। ਕਬੀਰ ਸਾਹਿਬ ਦਾ ਅਗਲਾ ਬਚਨ ਆਪਾਂ ਪੜ੍ਹਦੇ ਹਾਂ। ਕਹਿੰਦੇ ਕਬੀਰ ਇਹ ਤਨ ਜਾਏਗਾ ਕਮਨੇ ਮਾਰਗ ਲੈ। ਕਬੀਰ ਸਾਹਿਬ ਕਹਿੰਦੇ ਜਦੋਂ ਤੈਨੂੰ ਪਤਾ ਤੂੰ ਮਰ ਜਾਣਾ, ਤੂੰ ਸਦਾ ਨਹੀਂ ਰਹਿਣਾ, ਤਾਂ ਕਿਉਂ ਨਹੀਂ ਆਪਣੇ ਇਸ ਸਰੀਰ ਨੂੰ ਕਿਸੇ ਚੰਗੇ ਕੰਮ ਤੇ ਲਾਉਂਦਾ, ਕਿਸੇ ਚੰਗੇ ਰਾਹ ਉੱਤੇ ਤੋਰਦਾ? ਜਦੋਂ ਤੈਨੂੰ ਪਤਾ ਸਦਾ ਨਹੀਂ ਰਹਿਣਾ, ਤਾਂ ਇਸ ਸਰੀਰ ਨੂੰ ਕਿਉਂ ਨਹੀਂ ਤੂੰ ਚੰਗੇ ਮਾਰਗ ਤੇ ਲਾ ਰਿਹਾ, ਚੰਗੇ ਰਾਹ ਉੱਤੇ ਲਾ ਰਿਹਾ? ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ। ਤੂੰ ਕਿਉਂ ਨਹੀਂ ਗੁਰੂ ਦੀ ਸੰਗਤ ਵਿੱਚ ਬਹਿੰਦਾ? ਤੂੰ ਕਿਉਂ ਨਹੀਂ ਰੱਬ ਦੇ ਨਾਮ ਵਿੱਚ ਆਪਣੀ ਸੁਰਤ ਜੋੜਦਾ?
ਜਦੋਂ ਪਿਆਰਿਆ ਤੈਨੂੰ ਪਤਾ ਹੈ ਸਦਾ ਰਹਿਣ ਲਈ ਇਹ ਸਰੀਰ ਤੈਨੂੰ ਨਹੀਂ ਮਿਲਿਆ, ਐਵੇਂ 4 ਦਿਨਾਂ ਦੀ ਖੇਡ ਹੈ, ਦੁਨੀਆ ਵਿੱਚ ਆਨੰਦ ਲੁੱਟ ਕੇ ਆਪਾਂ ਚਲੇ ਜਾਣਾ ਹੈ, ਤਾਂ ਫਿਰ ਕਿਉਂ ਇਸ ਸਰੀਰ ਤੋਂ ਚੰਗੇ ਕੰਮ ਤੂੰ ਨਹੀਂ ਲੈ ਰਿਹਾ। ਕਬੀਰ ਸਾਹਿਬ ਤਾਂ ਕਹਿ ਰਹੇ ਨੇ, ਇਹ ਤਾਂ ਸਾਡੇ ਉੱਤੇ ਡਿਪੈਂਡ ਹੈ ਨਾ ਵੀ ਆਪਾਂ ਚੰਗੇ ਕੰਮ ਕਰਨੇ ਜਾਂ ਨਹੀਂ ਕਰਨੇ। ਜ਼ਿਆਦਾਤਰ ਤਾਂ ਸਾਡੀ ਸੋਚ ਇਹੀ ਹੁੰਦੀ ਵੀ ਆਪਾਂ ਬੁਰੇ ਕੰਮ ਕਰੀਏ। ਬੁਰੇ ਕੰਮਾਂ ਦਾ ਬੁਰਾ ਨਤੀਜਾ ਹੁੰਦਾ ਹੈ ਪਿਆਰਿਓ। ਇਸ ਲਈ ਜਿੱਥੋਂ ਤੱਕ ਹੋ ਸਕੇ ਆਪਣੇ ਜੀਵਨ ਨੂੰ ਚੰਗੇ ਪਾਸੇ ਲਾਓ, ਜਿੱਥੋਂ ਤੱਕ ਹੋ ਸਕੇ ਚੰਗੇ ਕੰਮ ਕਰੋ, ਜਿੱਥੋਂ ਤੱਕ ਹੋ ਸਕੇ ਕਿਸੇ ਦਾ ਭਲਾ ਕਰੋ। ਕਬੀਰ ਸਾਹਿਬ ਦਾ ਵੀ ਬੁਰਾ ਕੀਤਾ ਗਿਆ ਸੀ। ਕਬੀਰ ਸਾਹਿਬ ਨੇ ਬਾਰ-ਬਾਰ ਸਮਝਾਇਆ, ਜਿੰਨਾ ਮਰਜ਼ੀ ਮੇਰਾ ਬੁਰਾ ਕਰ ਲਓ, ਜਿੰਨਾ ਮਰਜ਼ੀ ਕੁਛ ਕਰ ਲਓ ਪਿਆਰਿਓ, ਪਰ ਇੱਕ ਗੱਲ ਯਾਦ ਰੱਖਿਓ, ਸਦਾ ਇੱਥੇ ਨਾ ਕੋਈ ਰਹਿੰਦਾ ਹੈ, ਨਾ ਕਿਸੇ ਨੇ ਰਹਿਣਾ ਹੈ। ਇਸ ਲਈ ਪਿਆਰਿਆ ਚੰਗੇ ਪਾਸੇ ਨੂੰ ਆਪਣੀ ਸੁਰਤ ਜੋੜ, ਚੰਗੇ ਪਾਸੇ ਨੂੰ ਆਪਣਾ ਧਿਆਨ ਲਾ। ਅੱਗੇ ਕਬੀਰ ਸਾਹਿਬ ਨੇ ਕਿਹਾ, ਕਬੀਰ ਮਰਤਾ ਜਗ ਮੂਆ। ਕਬੀਰ ਸਾਹਿਬ ਕਹਿੰਦੇ ਨੇ ਦੁਨੀਆ ਦੇ ਜਿਹੜੇ ਲੋਕ ਹੈ ਉਹ ਰਾਤ ਦਿਨ ਇੱਕ ਸਹਿਮ ਦੀ ਮੌਤ ਮਰਦੇ। ਮਰਤਾ ਜਗ ਮੂਆ। ਆਪਾਂ ਰੋਜ਼ ਮਰ ਰਹੇ ਹਾਂ, ਰੋਜ਼ਾਨਾ ਹੀ ਮਰ ਰਹੇ ਹਾਂ, ਕਿਉਂਕਿ ਆਪਾਂ ਦੁਨੀਆ ਦੇ ਵਪਾਰੀ ਹਾਂ। ਕਬੀਰ ਸਾਹਿਬ ਕਹਿੰਦੇ ਜਗਤ ਹਰ ਵੇਲੇ ਇੱਕ ਮੌਤ ਦੇ ਸਹਿਮ ਦੇ ਥੱਲੇ ਦੱਬਿਆ ਰਹਿੰਦਾ। ਆਪਾਂ ਨਾ ਇੱਕ ਮੌਤ ਦੇ ਸਹਿਮ ਥੱਲੇ ਦੱਬੇ ਰਹਿੰਦੇ, ਕਿਉਂਕਿ ਨਿਰਾ ਵਪਾਰੀ ਜਿਹੜਾ ਮਾਇਆ ਦਾ ਹੈ। ਕਿਸੇ ਧਿਰ ਨੂੰ ਵੀ ਇਸ ਚੀਜ਼ ਦੀ ਸਮਝ ਨਹੀਂ ਆਈ ਕਿ ਮੌਤ ਦਾ ਇਹ ਸਹਿਮ ਖਤਮ ਕਿੱਦਾਂ ਹੋਵੇ। ਕਬੀਰ ਮਰਤਾ ਜਗ ਮੂਆ। ਅਸੀਂ ਰੋਜ਼ ਡਰ ਦੀ ਮੌਤ, ਸਹਿਮ ਦੀ ਮੌਤ, ਮਰਦਿਆਂ ਇੱਕ ਦਿਨ ਮਰ ਹੀ ਜਾਂਦੇ ਹਾਂ, ਇੱਕ ਦਿਨ ਖਤਮ ਹੀ ਹੋ ਜਾਂਦੇ। ਕਬੀਰ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਪਰ ਕਿਸੇ ਨੂੰ ਇਹ ਨਹੀਂ ਸਮਝ ਆਈ ਵੀ ਇਸ ਬਿਮਾਰੀ ਦਾ ਇਲਾਜ ਕੀ ਹੈ। ਕਬੀਰ ਸਾਹਿਬ ਨੇ ਕਿਹਾ, ਪਿਆਰਿਆ ਮੌਤ ਹਰ ਇਨਸਾਨ ਨੂੰ ਆਉਣੀ ਹੈ, ਔਰ ਇਹ ਪੱਕਾ ਹੈ। ਨਾ ਕੋਈ ਇਸ ਮੌਤ ਤੋਂ ਅੱਜ ਤੱਕ ਬਚਿਆ, ਨਾ ਕੋਈ ਦੁਨੀਆ ਦਾ ਬੰਦਾ ਅੱਜ ਤੱਕ ਬਚ ਸਕਿਆ, ਨਾ ਬਚੇਗਾ। ਪਰ ਮੌਤ ਦਾ ਸਹਿਮ ਮਨ ਵਿੱਚ ਰੱਖਣਾ, ਡਰ ਰੱਖਣਾ, ਖਿਆਲ ਰੱਖਣਾ ਤੇ ਇਹਦੇ ਵਿੱਚ ਹੀ ਜਿਉਣਾ ਕਿ ਹੁਣ ਨਾ ਕਿਤੇ ਮਰ ਜਾਵਾਂ। ਕਬੀਰ ਸਾਹਿਬ ਕਹਿੰਦੇ ਨੇ ਇਹ ਡਰ, ਇਹ ਖਿਆਲ ਛੱਡ ਦੇ, ਇਹਦੇ ਚੋਂ ਬਾਹਰ ਨਿਕਲ। ਅਗਲੀ ਗੱਲ, ਐਸੇ ਮਰਨੇ ਜੋ ਮਰੈ। ਪਰ ਜਿਹੜਾ ਇਨਸਾਨ, ਜਿਹੜਾ ਬੰਦਾ ਸਾਧ ਸੰਗਤ ਵਿੱਚ ਜੁੜਦਾ ਹੈ, ਰੱਬ ਦੀ ਸਿਫਤਸਲਾਹ ਕਰਦਾ ਹੈ, ਉਹ ਇਨਸਾਨ ਜਿਉਂਦੇ ਹੀ ਮਰ ਜਾਂਦਾ। ਭਾਵ ਉਹਨੂੰ ਸਮਝ ਲੱਗ ਜਾਂਦੀ, ਉਹਨੂੰ ਸੱਚ ਦੀ ਸਮਝ ਲੱਗ ਜਾਂਦੀ। ਉਹ ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ ਚੰਗੇ ਪਾਸੇ ਜੋੜ ਦਿੰਦਾ ਹੈ। ਅਤੇ ਜਿਹੜੀ ਮੌਤ ਉਹ ਮਰ ਜਾਂਦਾ ਹੈ, ਬੌਰ ਨਾ ਮਰਨਾ ਹੋਏ, ਫਿਰ ਉਹ ਦੂਸਰੀ ਮੌਤ ਮਰਦਾ ਹੀ ਨਹੀਂ। ਭਾਵ ਉਹਨੂੰ ਦੁਨੀਆ ਦਾ ਸਹਿਮ ਦਬਾਉਂਦਾ ਹੀ ਨਹੀਂ ਹੈ। ਆਮ ਅਸੀਂ ਜਿਹੜੇ ਇਨਸਾਨ ਆ, ਅਸੀਂ ਤਾਂ ਹੋਰ ਹੀ ਚੱਕਰਾਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਦੀ ਜਿਹੜੀ ਇਹ ਲੀਲਾ ਹੈ ਉਹਨੂੰ ਖਤਮ ਕਰ ਜਾਂਦੇ ਹਾਂ। ਨਾ ਆਪਾਂ ਸੱਚ ਨਾਲ ਜੁੜਦੇ ਹਾਂ, ਨਾ ਸੱਚੇ ਪਾਸੇ ਨੂੰ ਕਦੇ ਆਪਾਂ ਧਿਆਨ ਲਗਾਉਂਦੇ ਹਾਂ। ਹੁਣ ਕਬੀਰ ਸਾਹਿਬ ਦਾ ਜਿਹੜਾ ਸਲੋਕ ਹੈ 30 ਨੰਬਰ ਦਾ, ਉਹ ਸੁਣਿਓ। ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ। ਆ ਜਿਹੜਾ ਮਨੁੱਖਾ ਜਨਮ ਹੈ, ਕਬੀਰ ਸਾਹਿਬ ਜੀ ਕਹਿੰਦੇ ਬਹੁਤ ਬੇਸ਼ਕੀਮਤੀ ਹੈ, ਬਹੁਤ। ਇਹਦੇ ਵਰਗਾ ਕੋਈ ਹੋਰ ਹੈ ਨਹੀਂ। ਤੁਸੀਂ ਕਦੇ ਧਿਆਨ ਮਾਰ ਕੇ ਵੇਖਿਓ ਬਾਕੀ ਜਾਨਵਰਾਂ ਵੱਲ, ਬਾਕੀ ਦੀਆਂ ਜੂਨਾਂ ਦੇ ਵੱਲ, ਕੀ ਉਹਨਾਂ ਦੀ ਹਾਲਤ ਹੁੰਦੀ। ਕਦੇ ਗੌਰ ਨਾਲ ਵੇਖਿਆ ਤੁਸੀਂ ਕੀ ਹਾਲਤ ਹੁੰਦੀ? ਕਿੱਦਾਂ ਉਹ ਵਿਚਾਰੇ ਰਾਤਾਂ ਕੱਟਦੇ ਨੇ, ਕਿੱਦਾਂ ਉਹ ਦਿਨ ਕੱਟਦੇ ਨੇ। ਕਦੇ ਆ ਹਿਰਨ ਦੇਖੋ ਤੁਸੀਂ, ਸੜਕਾਂ 'ਤੇ ਕਿੱਦਾਂ ਮਰੇ ਪਏ ਹੁੰਦੇ ਨੇ, ਕਿੱਦਾਂ ਗੱਡੀਆਂ ਉਹਨਾਂ ਨੂੰ ਫੇਕ ਲੈ ਜਾਂਦੀਆਂ ਨੇ। ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਨਿਰੰਕਾਰ ਨੇ ਸਾਨੂੰ ਇਨਸਾਨ ਬਣਾਇਆ। ਕਿਵੇਂ ਅਸੀਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਹਾਂ ਪੂਰੀ ਦੁਨੀਆ ਵਿੱਚ। ਇਸ ਲਈ ਪਿਆਰਿਆ ਇਹ ਜਿਹੜਾ ਜਨਮ ਹੈ ਬਹੁਤ ਹੀ ਦੁਰਲੱਭ ਹੈ, ਬੜਾ ਹੀ ਬੇਸ਼ਕੀਮਤੀ ਹੈ। ਇਹ ਫੇਰ ਨਹੀਂ ਮਿਲਦਾ। ਦੁਰਲੱਭ ਦਾ ਮਤਲਬ ਦੁਬਾਰਾ ਨਾ ਮਿਲਣ ਵਾਲਾ। ਇੱਕ ਵਾਰੀ ਹੀ ਆਪਾਂ ਸੰਸਾਰ 'ਚ ਆਏ, ਦੂਸਰੀ ਵਾਰੀ ਨਹੀਂ ਜੰਮਣਾ। ਬਾਕੀ ਵਹਿਮ ਭਰਮ ਹੀ ਹੈ, ਜਿੰਨੇ ਮਰਜ਼ੀ ਪਾਲ ਲਓ ਵੀ ਪੁਨਰ ਜਨਮ ਹੁੰਦਾ, ਦੁਬਾਰਾ ਜਨਮ ਹੁੰਦਾ। ਕੋਈ ਦੁਬਾਰਾ ਜਨਮ ਨਹੀਂ ਮਿਲਦਾ, ਕੋਈ ਪੁਨਰ ਜਨਮ ਨਹੀਂ ਹੁੰਦਾ ਪਿਆਰਿਓ। ਦੁਬਾਰਾ ਆਪਾਂ ਫਿਰ ਜੰਮਣਾ ਨਹੀਂ ਹੈ, ਫਿਰ ਨਹੀਂ ਆਉਣਾ ਸੰਸਾਰ 'ਚ। ਇਹ ਇੱਕ ਵਾਰੀ ਹੀ ਮੌਕਾ ਮਿਲਿਆ ਔਰ ਇਹਨੂੰ ਜੀਓ ਵਧੀਆ। ਕਬੀਰ ਸਾਹਿਬ ਕਹਿੰਦੇ ਮਾਨਸ ਜਨਮ, ਜਿਹੜਾ ਮਨੁੱਖਾ ਜਨਮ ਹੈ ਦੁਲੰਭ ਹੈ, ਇਹ ਦੂਸਰੀ ਵਾਰ ਨਹੀਂ ਮਿਲਦਾ, ਇਹ ਬਹੁਤ ਹੀ ਦੁਰਲੱਭ ਹੈ। ਹੋਏ ਨਾ ਬਾਰ ਨਹੀਂ ਹੁੰਦਾ, ਬਾਰ ਇਹ ਮੌਕਾ ਨਹੀਂ ਮਿਲਦਾ। ਜਿਹੜਾ ਤੈਨੂੰ ਅੱਜ ਮੌਕਾ ਮਿਲਿਆ, ਇਹ ਤੈਨੂੰ ਦੁਬਾਰਾ ਨਹੀਂ ਮਿਲਣਾ। ਇਹ ਯਾਦ ਰੱਖ, ਜਿਉਂ ਬਨ
ਫਲ ਪਾ ਕੇ ਭੋਏ ਗਿਰੇ, ਬਣ ਦਾ ਮਤਲਬ ਜੰਗਲ, ਜਿਵੇਂ ਜੰਗਲ 'ਚ ਲੱਗੇ ਹੋਏ ਦਰਖਤਾਂ ਦੇ ਨਾਲ ਫਲ ਲੱਗੇ ਹੁੰਦੇ ਨੇ, ਜਦੋਂ ਪੱਕ ਜਾਂਦੇ ਨੇ ਹੇਠਾਂ ਡਿੱਗ ਪੈਂਦੇ ਨੇ, ਬੌਰ ਨਾ ਲਾਗੇ ਡਾਰ, ਤੇ ਦੁਬਾਰਾ ਫਿਰ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਦਰਖਤਾਂ ਨੂੰ ਨਹੀਂ ਲੱਗਦੇ। ਐਨ ਇਸੇ ਤਰ੍ਹਾਂ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ, ਦੁਬਾਰਾ ਜੀਵਨ ਨਹੀਂ ਮਿਲਦਾ। ਜਦੋਂ ਇਹ ਸਰੀਰ ਖਤਮ ਹੋ ਗਿਆ, ਦੁਬਾਰਾ ਨਹੀਂ ਮਿਲਣਾ। ਜਦੋਂ ਇਹ ਮਨੁੱਖਾ ਜਨਮ ਮੁੱਕ ਗਿਆ, ਦੁਬਾਰਾ ਨਹੀਂ ਮਿਲਣਾ। ਤੇ ਕਿਉਂ ਆਪਾਂ ਸ਼ਰਮਸ਼ਾਰ ਹੋ ਕੇ ਜਾਈਏ ਦੁਨੀਆ ਤੋਂ? ਕਿਉਂ ਨਾ ਆਪਾਂ ਚੰਗੀ ਖੱਟੀ ਖੱਟ ਕੇ ਜਾਈਏ? ਕਿਉਂ ਆਪਾਂ ਵੈਰ ਵਿਰੋਧ ਵਿੱਚ ਪੈ ਕੇ, ਹੋਰ ਹੀ ਕੰਮਾਂ ਵਿੱਚ ਪੈ ਕੇ ਇਸ ਜ਼ਿੰਦਗੀ ਦਾ ਜਿਹੜਾ ਆਨੰਦ ਹੈ ਉਹ ਲੈ ਹੀ ਨਹੀਂ ਪਾਉਂਦੇ? ਨਾ ਆਪ ਜੀ ਪਾਉਂਦੇ ਆ, ਨਾ ਆਪਾਂ ਕਿਸੇ ਨੂੰ ਜਿਉਣ ਦਿੰਦੇ ਆ। ਸੋ ਕਬੀਰ ਸਾਹਿਬ ਨੇ ਇਹ ਜਿਹੜੇ 5 ਸ਼ਲੋਕ ਨੇ, ਇਹਨਾਂ 5 ਸ਼ਲੋਕਾਂ ਵਿੱਚ ਕਮਾਲ ਦੀਆਂ ਗੱਲਾਂ ਕਹਿ ਦਿੱਤੀਆਂ। ਪਹਿਲੀ ਤਾਂ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਸੰਸਾਰ ਇੱਕ ਐਸੀ ਖੇਡ ਹੈ ਜਿਹਦੇ ਵਿੱਚ ਬੁਰਾਈ ਦੀ ਕਾਲਖ ਹੈ, ਤੇ ਪਹਿਲਾਂ ਤਾਂ ਇਹਦੇ 'ਚ ਪੈਣਾ ਹੀ ਨਹੀਂ ਆਪਾਂ, ਕਿਉਂਕਿ ਆਪਾਂ ਅੰਨੇ ਨਹੀਂ ਬਣਨਾ, ਸੁਜਾਖੇ ਰਹਿਣਾ। ਤੇ ਜੇ ਕਿਤੇ ਭੁੱਲੇ ਚੁੱਕੇ ਪੈ ਵੀ ਗਏ, ਫਿਰ ਗੁਰੂ ਦਾ ਹੱਥ ਫੜ ਕੇ ਰੱਖਿਓ, ਗੁਰੂ ਬਾਹਰ ਕੱਢ ਵੀ ਦੇਵੇਗਾ ਤੁਹਾਨੂੰ। ਫਿਰ ਅਗਲੀ ਗੱਲ ਉਹਨਾਂ ਨੇ ਇਹ ਕਹੀ ਵੀ ਜਦੋਂ ਸਾਨੂੰ ਪਤਾ ਆਪਾਂ ਮਰ ਜਾਣਾ, ਸਦਾ ਨਹੀਂ ਰਹਿਣਾ, ਫਿਰ ਆਪਾਂ ਕਿਉਂ ਸਹਿਮ ਦੀ ਮੌਤ ਰੋਜ਼-ਰੋਜ਼ ਮਰਦੇ ਰਹੀਏ? ਕਿਉਂ ਸਹਿਮ ਦੀ ਮੌਤ ਮਰੀਏ? ਨਹੀਂ ਨਾ ਮਰਨਾ। ਸਿੱਖ ਇਤਿਹਾਸ ਪੜ੍ਹਨ ਵਾਲਿਆਂ ਨੂੰ ਪਤਾ ਹੋਵੇਗਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਗੁਰਦਾਸ ਨੰਗਲ ਦੀ ਗੜੀ ਵਿੱਚੋਂ, ਤਾਂ ਉਹਨਾਂ ਦੇ ਨਾਲ 700 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ ਵਿੱਚ ਇੱਕ ਬਹੁਤ ਛੋਟੀ ਉਮਰ ਦਾ ਬੱਚਾ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਬੱਚੇ ਦੀ ਮਾਂ ਸਪੈਸ਼ਲ ਤੌਰ 'ਤੇ ਫਰਖਸ਼ੀਰ ਬਾਦਸ਼ਾਹ ਕੋਲ ਪਹੁੰਚ ਕੇ ਫਰਿਆਦੀ ਬਣ ਕੇ ਉਹਦੀ ਚਿੱਠੀ ਲੈ ਕੇ ਆ ਗਈ ਸੀ ਕਿ ਇਹ ਬੱਚਾ ਜਿਹੜਾ ਸਿੱਖ ਨਹੀਂ ਆ ਤੇ ਇਹਨੂੰ ਛੱਡ ਦਿੱਤਾ ਜਾਏ। ਜਦੋਂ ਉਸ ਬੱਚੇ ਨੂੰ ਪੁੱਛਿਆ ਗਿਆ ਵੀ ਤੂੰ ਸਿੱਖ ਹੈ, ਉਹਨੇ ਕਿਹਾ ਹਾਂ, ਤੇ ਮਾਂ ਨੇ ਕਿਹਾ ਇੱਕ ਵਾਰੀ ਕਹਿ ਦੇ ਤੂੰ ਸਿੱਖ ਨਹੀਂ, ਤੇਰੀ ਜਾਨ ਬਚ ਜਾਏਗੀ। ਤੇ ਉਹਨੇ ਬੱਚੇ ਨੇ ਕਿਹਾ ਵੀ ਮੈਂ ਮੌਤ ਦੇ ਸਹਿਮ ਹੇਠਾਂ ਆ ਕੇ ਆਪਣੀ ਸਿੱਖੀ ਕਿਉਂ ਛੱਡਾਂ? ਉਹਨੇ ਕਿਹਾ ਤੂੰ ਮੇਰੀ ਮਾਂ ਹੀ ਨਹੀਂ ਜੋ ਸਾਨੂੰ ਗਲਤ ਰਸਤੇ 'ਤੇ ਤੋਰ ਰਹੀ ਆ, ਮੈਂ ਤੇਰੀ ਮਮਤਾ ਦੇ ਹੇਠ ਆ ਕੇ ਮੈਂ ਕਦੇ ਵੀ ਇਹ ਸ਼ਬਦ ਨਹੀਂ ਵਰਤ ਸਕਦਾ। ਉਸ ਬੱਚੇ ਨੇ ਕਿਹਾ ਮੈਂ ਸਿੱਖ ਹਾਂ, ਜਿਵੇਂ ਮੇਰੇ ਬਾਕੀ ਸਿੰਘਾਂ ਨੂੰ ਸ਼ਹੀਦ ਕਰ ਰਹੇ ਹੋ, ਮੈਨੂੰ ਵੀ ਬੇਸ਼ੱਕ ਸ਼ਹੀਦ ਕਰ ਦਿਓ, ਪਰ ਮੈਂ ਇਹ ਗੱਲ ਨਹੀਂ ਕਹਿਣੀ ਕਿ ਮੈਂ ਸਿੱਖ ਨਹੀਂ। ਲਾਸ਼ਾਂ ਦੇ ਢੇਰ ਲੱਗ ਗਏ, ਲਾਸ਼ਾਂ ਦੇ ਢੇਰ ਲੱਗ ਗਏ ਉੱਥੇ। ਉਹ ਬੱਚਾ ਵੀ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਵੀ ਸ਼ਹੀਦ ਹੋਏ। ਉਹਨਾਂ ਦਾ ਪੌਣੇ 4 ਸਾਲ ਦੀ ਉਮਰ ਦਾ ਪੁੱਤਰ ਜਿਹੜਾ ਸੀ ਅਜੈ ਸਿੰਘ, ਉਹ ਵੀ ਸ਼ਹੀਦ ਹੋਇਆ। ਬਹੁਤ ਸਾਰੀਆਂ ਉੱਥੇ ਕੁਰਬਾਨੀਆਂ ਹੋਈਆਂ, ਪਰ ਕਿਸੇ ਵੀ ਸਿੱਖ ਨੇ ਇਹ ਨਹੀਂ ਕਿਹਾ ਵੀ ਅਸੀਂ ਨਹੀਂ ਜਾਣਾ ਜਾਂ ਆਪਾਂ ਸਿੱਖ ਨਹੀਂ। ਸੋ ਸਹਿਮ ਹੇਠਾਂ ਨਹੀਂ ਜਿਉਣਾ, ਬਹਾਦਰੀ ਨਾਲ ਜਿਉਣਾ। ਜਦੋਂ ਪਤਾ ਮਾਰੀ ਜਾਣਾ, ਫਿਰ ਮਾੜੇ ਕੰਮ ਕਿਉਂ ਕੀਤੇ ਜਾਣ? ਜਦੋਂ ਪਤਾ ਮਾਰੀ ਜਾਣਾ, ਗਲਤ ਕੰਮ ਕਿਉਂ ਕੀਤੇ ਜਾਣ? ਜਦੋਂ ਪਤਾ ਮਾਰੀ ਜਾਣਾ, ਤੇ ਆਪਣੀ ਕੌਮ ਦੇ ਲਈ ਆਪਾਂ ਚੰਗੀ ਸੋਚ ਕਿਉਂ ਨਹੀਂ ਸੋਚਦੇ? ਗਦਾਰੀ ਕਿਉਂ ਕਰਦੇ ਹਾਂ? ਗਲਤ ਕੰਮ ਕਿਉਂ ਕਰਦੇ ਹਾਂ? ਅਸੀਂ ਵਿਕਾਊ ਕਿਉਂ ਹੋ ਜਾਂਦੇ ਹਾਂ? ਸੋ ਆਓ ਪਿਆਰਿਓ, ਚੰਗੀ ਸੋਚ ਰੱਖੀਏ, ਚੰਗੇ ਪਾਸੇ ਸੁਰਤ ਅਤੇ ਧਿਆਨ ਜੋੜੀਏ, ਤਾਂ ਕਿ ਜਿਹੜਾ ਸਾਡਾ ਇਹ ਜੀਵਨ ਹੈ ਇਹ ਸਫਲ ਹੋ ਸਕੀਏ। ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।